ਝੂਠੀ ਪਰਸੈਪਸ਼ਨ ਤੇ ਚੱਲਣ ਵਾਲੇ, ਗਰਾਊਂਡ ਤੇ ਉੱਤੇ ਕੁਝ ਨਹੀਂ ਹੋ ਰਿਹਾ। ਥੱਲੇ ਤੁਸੀਂ ਜ਼ਮੀਨੀ ਹਕੀਕਤ ਅੱਜ ਕਿਸੇ ਹਸਪਤਾਲ ਚਲੇ ਜਾਓ, ਕਿਸੇ ਡਿਸਪੈਂਸਰੀ ਚਲੇ ਜਾਓ, ਕਿਸੇ ਸਕੂਲ ਚਲੇ ਜਾਓ, ਕਿਤੇ ਵੀ ਕੋਈ ਪੰਜਾਬ ਦੇ ਵਿੱਚ ਅੱਗੇ ਨੂੰ ਬਿਹਤਰੀ ਨਹੀਂ ਹੋ ਰਹੀ, ਅੱਗੇ ਨੂੰ ਵੀ ਮਾੜਾ ਸਿਸਟਮ ਸਾਰਾ ਚੱਲ ਰਿਹਾ। 5 ਮਹੀਨੇ ਹੋ ਗਏ ਔਰਤਾਂ ਨੂੰ, ਭੈਣਾਂ ਨੂੰ ਕਿਹਾ ਸੀ 18 ਸਾਲ ਤੋਂ ਉੱਤੇ ਵਾਲੀਆਂ ਨੂੰ 1000 ਰੁਪਈਆ ਅਸੀਂ ਹਰ ਮਹੀਨੇ ਇੱਕ ਪੱਤਾ ਦੇਵਾਂਗੇ। ਹੁਣ ਗੁਜਰਾਤ 'ਚ ਵੀ ਇਹੀ ਗੱਲ ਕਹਿਤੀ, ਹਿਮਾਚਲ 'ਚ ਵੀ ਜਾ ਕੇ ਇਹੀ ਗੱਲਾਂ ਕਰਨਗੇ। ਅਜੇ ਤੱਕ ਤੇ ਬਿਜਲੀ ਦਾ ਕੁਝ ਨਹੀਂ ਮਿਲ ਸਕਿਆ। ਉਹਦੇ 'ਚ ਲਿਖ ਦਿੱਤਾ ਕਿ ਜੀ ਉਹਦੇ ਵਿੱਚ ਕੋਈ ਆਦਮੀ ਕੋ ਗਵਰਨਮੈਂਟ ਦੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ, ਬਹੁਤ ਸਾਰੀਆਂ ਤੁਸੀਂ ਐਡਵੋਕੇਟ ਨਹੀਂ ਹੋਣੇ ਚਾਹੀਦੇ, ਤੁਸੀਂ ਇੰਜੀਨੀਅਰ ਨਹੀਂ ਹੋਣੇ ਚਾਹੀਦੇ। ਤੋ ਪੜ੍ਹੇ ਲਿਖਿਆਂ ਨੂੰ ਵੀ ਸਜ਼ਾ ਦੇਣ ਦੀ ਇਹਨਾਂ ਦੀ ਪ੍ਰੋਗਰਾਮ ਬਣ ਰਿਹਾ। ਸੋ ਇਹਨਾਂ ਦੀ ਅਸਲੀਅਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਣੀ ਸ਼ੁਰੂ ਹੋ ਗਈ, ਬਟ ਹੁਣ ਕਰ ਕੁਝ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਤੋਂ 5 ਸਾਲ ਵਾਸਤੇ ਇਲੈਕਟ ਕਰ ਲਈ ਹੈ। ਸਮੁੱਚੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇੱਕ ਇਸ ਕਿਸਮ ਦੀ ਪਾਰਟੀ ਆ ਗਈ ਜਿਹੜੀ ਟੋਟਲ ਝੂਠੀ ਪਰਸੈਪਸ਼ਨ ਤੇ ਚੱਲਣ ਵਾਲੀ, ਗਰਾਊਂਡ ਤੇ ਉੱਤੇ ਕੁਝ ਨਹੀਂ ਹੋ ਰਿਹਾ। ਥੱਲੇ ਤੁਸੀਂ ਜ਼ਮੀਨੀ ਹਕੀਕਤ ਅੱਜ ਕਿਸੇ ਹਸਪਤਾਲ ਚਲੇ ਜਾਓ, ਕਿਸੇ ਡਿਸਪੈਂਸਰੀ ਚਲੇ ਜਾਓ, ਕਿਸੇ ਸਕੂਲ ਚਲੇ ਜਾਓ, ਕਿਤੇ ਵੀ ਕੋਈ ਪੰਜਾਬ ਦੇ ਵਿੱਚ ਅੱਗੇ ਨੂੰ ਬਿਹਤਰੀ ਨਹੀਂ ਹੋ ਰਹੀ, ਅੱਗੇ ਨੂੰ ਵੀ ਮਾੜਾ ਸਿਸਟਮ ਸਾਰਾ ਚੱਲ ਰਿਹਾ। ਸੋ ਇਹਦੇ ਵਾਸਤੇ ਪੰਜਾਬੀਆਂ ਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ। ਸਰ, ਅਰਵਿੰਦ ਕੇਜਰੀਵਾਲ ਗੁਜਰਾਤ ਗਏ, ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ 1000 ਰੁਪਏ ਦੀ ਇਹ ਗਰੰਟੀ ਇੱਥੇ ਮਹਿਲਾਵਾਂ ਨੂੰ ਦਿੰਦੇ ਆ। ਪੰਜਾਬ 'ਚ ਬੀਬੀਆਂ ਨੂੰ ਅਜੇ ਤੱਕ 1000 ਰੁਪਇਆ ਮਿਲਿਆ ਨਹੀਂ। ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੇਜਰੀਵਾਲ ਸਾਹਿਬ ਦਾ ਜੇ ਟਵੀਟ ਪੜ੍ਹੋ ਤਾਂ ਉਹ ਤਾਂ ਕਹੀ ਜਾਂਦੇ ਕਿ ਬਰਤਾਨੀਆ ਦਾ ਜਿਹੜੇ ਸਿਆਸਤ ਹੈ ਉਹ ਵੀ ਫ੍ਰੀ ਬੀਸ 'ਤੇ ਚੱਲਣੀ ਸ਼ੁਰੂ ਹੋ ਗਈ। ਜਿਸ ਤਰ੍ਹਾਂ ਮੈਂ ਇੱਥੇ 300 ਯੂਨਿਟ ਫ੍ਰੀ ਦੀ ਗੱਲ ਕੀਤੀ, ਬਰਤਾਨੀਆ ਤੱਕ ਚਲਾ ਗਿਆ, ਤਾਂ ਉਹ ਇਸ ਕਿਸਮ ਦੀ ਕੋਈ ਗੱਲ ਹੀ ਹੈ ਨਹੀਂ। ਝੂਠ ਉੱਥੋਂ ਦਾ ਬੋਲਣਗੇ ਜਿਹੜਾ ਆਮ ਤੌਰ ਲੋਕ ਜਿਹੜੇ ਨੇ ਜਿਹਦੀ ਸੱਚਾਈ ਜਾਣਨ ਦੇ ਵਿੱਚ ਟਾਈਮ ਬੜਾ ਲੱਗੇਗਾ। ਪੰਜਾਬ ਵਿੱਚ ਦਿੱਤਾ ਕੁਝ ਨਹੀਂ, 5 ਮਹੀਨੇ ਹੋ ਗਏ। ਅੱਜ 5 ਮਹੀਨੇ ਹੋ ਗਏ ਔਰਤਾਂ ਨੂੰ, ਭੈਣਾਂ ਨੂੰ ਕਿਹਾ ਸੀ 18 ਸਾਲ ਤੋਂ ਉੱਤੇ ਵਾਲੀਆਂ ਨੂੰ 1000 ਰੁਪਈਆ ਅਸੀਂ ਹਰ ਮਹੀਨੇ ਇੱਕ ਪੱਤਾ ਦੇਵਾਂਗੇ। ਹੁਣ ਗੁਜਰਾਤ 'ਚ ਵੀ ਇਹੀ ਗੱਲ ਕਹਿਤੀ, ਹਿਮਾਚਲ 'ਚ ਵੀ ਜਾ ਕੇ ਇਹੀ ਗੱਲਾਂ ਕਰਨਗੇ। ਅਜੇ ਤੱਕ ਤੇ ਬਿਜਲੀ ਦਾ ਕੁਝ ਨਹੀਂ ਮਿਲ ਸਕਿਆ। ਬਿਜਲੀ ਦੇ ਬਿੱਲ ਜਿਹੜੇ ਨੇ ਸੈਪਟੈਂਬਰ ਦੇ ਮਹੀਨੇ 'ਚ ਆਣੇ, ਜੁਲਾਈ ਤੇ ਅਗਸਤ ਦੇ ਵਿੱਚ ਜੋ ਅੱਛਾ, ਫਿਰ ਸ਼ਰਤਾਂ ਇੰਨੀਆਂ ਕੁ ਲਗਾ ਦਿੱਤੀਆਂ। ਇਲੈਕਸ਼ਨਾਂ ਤੋਂ ਪਹਿਲੇ ਸੀ ਕਿ 300 ਯੂਨਿਟ ਹਰ ਘਰ ਨੂੰ ਦਿੱਤਾ ਜਾਏਗਾ। ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਗੱਲ ਕਹਿਤੀ ਜਿਹੜੇ ਘਰ ਦਾ ਲੋਡ 2 ਕਿਲੋਵਾਟ ਤੱਕ ਹੋਏਗਾ, ਇਕੱਲੇ ਉਸ ਤੋਂ ਥੱਲੇ ਹੋਏਗਾ, ਇਕੱਲਾ ਉਹਨੂੰ ਦੇਵਾਂਗੇ। 15 ਦਿਨ ਬਾਅਦ ਫਿਰ ਚੇਂਜ ਕਰਕੇ ਇਹ ਗੱਲ ਕਹਿਤਾ 1 ਕਿਲੋਵਾਟ ਦਾ ਜਿਨ੍ਹਾਂ ਦਾ ਲੋਡ ਹੈ ਘਰਾਂ ਦਾ, ਇਕੱਲੇ ਉਹੀ 300 ਯੂਨਿਟ ਦਾ ਐਡਵਾਂਟੇਜ ਲੈ ਸਕਣ। ਹੁਣ PSPCL ਜਿਹੜਾ ਉਹਨੇ ਇੰਨੀ ਲੰਬੀ ਚੌੜੀ ਇੱਕ ਲਿਸਟ ਬਣਾ ਦਿੱਤੀ ਹੈ ਜਿਹਦੇ ਵਿੱਚ ਮੈਨੂੰ ਜਾਪਦਾ ਕਿ ਜਿਹੜੇ ਕਾਂਗਰਸ ਦੇ ਵੇਲੇ 200 ਯੂਨਿਟ ਕਰ ਲੈਂਦੇ ਸੀ ਸ਼ਡਿਊਲ ਕਾਸਟ ਤੇ ਬੈਕਵਰਡ ਕਲਾਸਿਸ ਦੇ ਵਿੱਚ, ਉਹੀ ਚੰਦ ਲੋਕ ਰਹਿ ਜਾਣਗੇ। ਤਾਂ ਉਹਨਾਂ 'ਚੋਂ ਵੀ ਬਹੁਤ ਸਾਰੇ ਮਾਈਨਸ ਹੋਣਗੇ ਕਿਉਂਕਿ ਉਹਦੇ 'ਚ ਲਿਖ ਦਿੱਤਾ ਕਿ ਜੀ ਉਹਦੇ ਵਿੱਚ ਕੋਈ ਆਦਮੀ ਕੋ ਗਵਰਨਮੈਂਟ ਦੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ, ਬਹੁਤ ਸਾਰੀਆਂ ਤੁਸੀਂ ਐਡਵੋਕੇਟ ਨਹੀਂ ਹੋਣੇ ਚਾਹੀਦੇ, ਤੁਸੀਂ ਇੰਜੀਨੀਅਰ ਨਹੀਂ ਹੋਣੇ ਚਾਹੀਦੇ। ਤੋ ਪੜ੍ਹੇ ਲਿਖਿਆਂ ਨੂੰ ਵੀ ਸਜ਼ਾ ਦੇਣ ਦੀ ਇਹਨਾਂ ਦੀ ਪ੍ਰੋਗਰਾਮ ਬਣ ਰਿਹਾ। ਸੋ ਇਹਨਾਂ ਦੀ ਅਸਲੀਅਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਣੀ ਸ਼ੁਰੂ ਹੋ ਗਈ, ਬਟ ਹੁਣ ਕਰ ਕੁਝ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਤੋਂ 5 ਸਾਲ ਵਾਸਤੇ ਇਲੈਕਟ ਕਰ ਲਈ ਹੈ। ਅਤੇ ਤੁਸੀਂ ਉਹਦੀ ਕੀਮਤ ਵੇਖੋ। ਭਗਵੰਤ ਮਾਨ ਜੀ ਜਿਹੜੇ ਨੇ ਉਹਦੇ ਕੋਲ ਤਾਂ ਨਿਰੀ ਫਾਈਲ ਸਾਈਨ ਹੋਣ ਵਾਸਤੇ ਜਾਂਦੀ, ਕੰਮ ਸਾਰਾ ਰਾਘਵ ਚੱਡਾ ਕਰ ਰਿਹਾ। ਪੂਰਾ ਦਿਨ 10 ਵਜੇ ਤੋਂ ਲੈ ਕੇ 5 ਵਜੇ ਤੱਕ ਰਾਘਵ ਚੱਡਾ ਜੀ ਪੰਜਾਬ ਭਵਨ 'ਚ ਕਾਬਜ਼ ਨੇ। ਅਤੇ ਜਦੋਂ ਦਿੱਲੀ ਜਾਂਦੇ ਨੇ 50 ਨੰਬਰ ਕੋਠੀ ਦੇ ਵਿੱਚ ਸਾਰੇ IAS, ਸਾਰੇ PCS, ਸਾਰੇ IPS ਜਾਂ ਜਿੰਨੇ ਵੱਡੇ ਬਿਜ਼ਨਸਮੈਨ ਨੇ ਜਿਨ੍ਹਾਂ ਕੋ ਕੋਈ ਨਾ ਕੋਈ ਇਹਨਾਂ ਨੇ ਕੋਈ ਬਿਜ਼ਨਸ ਦੀ ਅੰਡਰਸਟੈਂਡਿੰਗ ਕਰਨੀ ਹੁੰਦੀ ਔਰ ਰਾਘਵ ਚੱਡਾ ਜੀ ਕੋ ਜਾਂਦੇ ਨੇ। ਸੋ ਇਹ ਹਾਲਾਤ ਨੇ। ਸਰ, ਬਾਲਮੀਕੀ ਸਮਾਜ ਦੀ ਕੱਲ੍ਹ ਇੱਕ ਬੈਠਕ ਹੋਈ ਸੀ, ਉਹ 'ਚ ਬਹੁਤ ਰੌਲਾ ਪਿਆ। ਬਾਲਮੀਕੀ ਸਮਾਜ ਕਾਫੀ ਜ਼ਿਆਦਾ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ 'ਚ ਹੈਗਾ। ਮੈਂ ਵੀ ਸੁਣਿਆ ਜੀ ਇਸ ਬਾਰੇ, ਮੈਨੂੰ ਵੀ ਪਤਾ ਲੱਗਾ। ਪ੍ਰਦਰਸ਼ਨ ਹਰ ਵਰਗ ਹੀ ਹੈ। ਤੁਸੀਂ ਇੱਕ ਸਮਾਜ ਦੀ ਗੱਲ ਛੱਡ ਲਓ, ਕੋਈ ਇਹੋ ਜਿਹਾ ਸਮਾਜ ਰਿਹਾ ਹੀ ਨਹੀਂ ਗਿਆ ਕਿਉਂਕਿ ਆਮ ਲੋਕਾਂ ਦੇ ਵਿੱਚ ਇੱਕ ਧਾਰਨਾ ਬਣ ਗਈ ਹੈ ਕਿ ਇਹਨਾਂ ਸਾਡਾ ਬੇਵਕੂਫ ਬਣਾਉਣਾ ਸੀ। ਵੋਟਾਂ ਲੈ ਲਈਆਂ ਨੇ, ਹੁਣ ਸਾਰੇ ਇੰਤਜ਼ਾਰ ਦੇ ਵਿੱਚ ਨੇ, ਕਿਸੇ ਵਰਗ ਨੂੰ ਕੁਝ ਨਹੀਂ ਮਿਲ ਰਿਹਾ ਜੀ। कहीं ना कहीं कांग्रेस में अभी भी कला है क्योंकि अगर खबरों की माने तो ये बातें निकल के सामने आ रही हैं कि आप लोग पहुंचे मीटिंग करने, लेकिन 2 अलग अलग जगह पर 2 अलग अलग गुटों में मीटिंग की गई। नहीं, बिल्कुल बेबुनियाद और गलत बात है। कोई गुट नहीं, गुट भाजपा में है, हमारे में कोई गुट नहीं है। भाजपा में कई किस्म के गुट हैं। नड्डा जी का अलग गुट है, जो अपने अनुराग ठाकुर जी हैं उनका अपना ग्रुप है, जो चीफ मिनिस्टर है उनका अपना ग्रुप है,
जो शांता कुमार जी हैं उनका अपना ग्रुप है, धूमल साहब का अपना ग्रुप है। भाजपा में तो हो सकता है, कांग्रेस में कोई ऐसा ना तो धड़ा है, सभी इकट्ठे हैं और मीटिंग्स में सभी के सभी इकट्ठे रहे हैं। कोई दो धड़ों में कहीं भी मीटिंग नहीं, मैं तो खुद वहाँ था जी। तो सर आगे आगामी समय में जो चुनाव होने हैं उसमें क्या रणनीति होगी कांग्रेस की? नहीं, रणनीति तो ये है कि जो प्रो हिमाचल पॉलिसीज़ हैं वो हम लेकर जा रहे हैं। किसानों को हमने बताया कि किसानों के लिए क्या करेंगे, और बहुत बड़े लोगों में इस टाइम मुखालफत है किसानों में, क्योंकि इन्होंने जीएसटी लगा दिया पैकेजिंग पर एप्पल्स की। उसके अलावा जो अग्निपथ है, आपको पता है हिमाचल के हर घर से हर परिवार से एक आधा आदमी जो है या तो पैरामिलिट्री फोर्सेस में है या आर्म्ड फोर्सेस में है, और वो इस आइडिया के बिल्कुल ख़िलाफ़ हैं कि 4 साल के लिए जवान को भर्ती किया जाए, उसके बाद ना उसको पेंशन दी जाए, ना उसको मेडिकल फैसिलिटी दी जाए, ना कैंटीन की फैसिलिटी दी जाए। 4 साल ठेके पर कभी सिपाही लड़ सकते हैं। सो ये सारी बातें जो हैं, और जो ओल्ड पेंशन स्कीम है उनकी डिमांड है, और कांग्रेस ने वादा किया है, भाजपा ने साफ इनकार कर दिया हम नहीं देंगे जी। सो इस टाइम पर बहुत बड़े पैमाने पर विद्रोह भी है, आक्रोश भी है भाजपा के खिलाफ, और मैं समझता हूँ 2/3 मेजॉरिटी से कांग्रेस वहाँ इलेक्शन जीतेगी। सर हमने देखा कि जिस तरीके की फ्रीबीज की राजनीति होती है उसको लेके सुप्रीम कोर्ट भी सख्त है, और पहले आम आदमी पार्टी जिस राज्य में जाती थी ये दावे करती थी कि मुफ्त बिजली मिलेगी, पेंशन या वृद्धा पेंशन के रूप में, बेरोजगारी के रूप में पैसे मिलेंगे, लेकिन कांग्रेस भी हमने देखा कि कह रही है कि अगर सरकार में आती है हिमाचल में तो बिजली मुफ्त देगी। देखो, जहाँ सरकारों के पास ये क्षमता है गरीब लोगों की मदद करने की, तो वो कांग्रेस क्यों पीछे रहेगी जी। जहाँ गवर्नमेंट के पास ऐसी पोजीशन नहीं है, फाइनेंशियल पोजीशन अच्छी नहीं है, तो वहाँ बिल्कुल हम एग्री करते हैं ऑनरेबल सुप्रीम कोर्ट के साथ, तो वहाँ पाबंदी लगानी चाहिए, मगर ये पाबंदी तो इलेक्शन कमीशन लगाएगा। ऑनरेबल सुप्रीम कोर्ट ने भी इलेक्शन कमिश्नर को आप इंटरवीन कीजिए। अगर सभी के लिए कोई बंदिश लगा दे इलेक्शन कमीशन, तो फिर तो सभी पार्टियाँ जो पाबंद होंगी। अगर इलेक्शन कमीशन पाबंदी नहीं लगाता, अगर कोई एक विशेष पार्टी जो है वो किसी वर्ग के लिए कुछ उनको आप फ्री बीज कह दीजिए या एक किस्म की मदद कह दीजिए करेगी, तो सभी पार्टी वही करेंगी जी। तो जितनी देर इलेक्शन कमीशन की तरफ से कोई गाइडलाइंस नहीं आती, डायरेक्शंस नहीं आते, उतनी देर तो सभी के लिए पैमाना सेम ही है जी। सभी जो एडवांटेज मिल सकता है हर वर्ग को लोग देंगे जी। सर पंजाब से जुड़ा एक सवाल होगा कि विक्रम सिंह मजीठिया को आपके सरकार के समय में जेल होती है, लेकिन उनको अब बेल मिल गई है। तो ठीक है, बेल हर आदमी का अधिकार है कचहरी में जाना। अगर ऑनरेबल कोर्ट ने बेल दे दी है तो कोर्ट ने कुछ न कुछ सोच समझ कर बेल दी हुई, इस पर मैं और क्या कह सकता हूँ। देश दुनिया दी हर वड्डी खबर नाल जुड़े रहने ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।